गुड इवनिंग टू ऑल। आवाज आ रही मेरी? हेलो। गुड इवनिंग टू ऑल। आवाज आ रही मेरी? हेलो। संजय। संजय आवाज आ रही है ना? हेलो संजय। किधर गया? संजय। ਚਲੋ ਆਵਾਜ਼ ਆ ਰਹੀ ਹੈ ਨਾ? ਇੱਕ ਵਾਰੀ ਕੰਫਰਮ ਕਰ ਦਿਓ ਮੈਸੇਜ ਦੇ ਵਿੱਚ। ਮਾਈਕ ਸਾਹਿਬ ਦੇ ਮਿਊਟ ਹੋਣ ਲੱਗਿਆ। ਓਕੇ, ਗੁੱਡ ਇਵਨਿੰਗ ਟੂ ਆਲ। ਸੋ ਸਟਾਰਟ ਕਰਦੇ ਹਾਂ। ਜਿਵੇਂ ਸਭ ਨੂੰ ਪਤਾ ਹੈ ਕਿ ਐਂਸ਼ੀਅੰਟ ਹਿਸਟਰੀ ਚੱਲ ਰਿਹਾ ਔਰ ਉਹਦੀਆਂ 2 ਕਲਾਸਿਸ ਹੋ ਚੁੱਕੀਆਂ, ਅੱਜ 3rd ਕਲਾਸ ਹੈ। ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਵੈਦਿਕ ਪੀਰੀਅਡ ਬਾਰੇ, ਮਹਾਜਨਪਦ ਬਾਰੇ ਔਰ ਜੈਨ ਧਰਮ ਬਾਰੇ। ਇਹਨਾਂ ਉੱਪਰ ਜੋ ਵੀ MCQs ਬਣਦੇ ਆ ਉਹਨਾਂ ਉੱਪਰ ਡਿਸਕਸ ਕਰਾਂਗੇ, ਠੀਕ ਹੈ। ਫਰਸਟ ਕੁਐਸਚਨ ਹੈ, ਸਭ ਨੂੰ ਪਤਾ ਹੈ ਕਿ ਆਨਸਰ ਤੁਸੀਂ ਚੈਟ ਬਾਕਸ ਦੇ ਵਿੱਚ ਦੇਣੇ ਆ ਔਰ ਜੋ ਵੀ YouTube ਦੇ ਵਿੱਚ ਵੀਡੀਓ ਦੇਖਣਗੇ, YouTube ਤੇ ਜਦੋਂ ਅਪਲੋਡ ਹੋਏਗੀ ਉਹਨਾਂ ਨੇ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣੇ ਆ, ਠੀਕ ਹੈ। ਫਰਸਟ ਕੁਐਸਚਨ ਹੈ, ਵੈਦਿਕ ਕਾਲ ਦੀ ਵੰਡ ਕਿੰਨੇ ਭਾਗਾਂ ਵਿੱਚ ਕੀਤੀ ਗਈ ਹੈ? ਆਪਸ਼ਨ ਏ ਹੈ 4, ਆਪਸ਼ਨ ਬੀ ਹੈ 2, ਆਪਸ਼ਨ ਸੀ ਹੈ 5, ਆਪਸ਼ਨ ਡੀ ਹੈ 10। ਬੀ ਰੇਨੂ ਦਾ 4 ਆਇਆ। ਪਲੀਜ਼ ਯਾਰ WhatsApp ਤੇ ਮੈਸੇਜ ਨਾ ਕਰੋ ਇੱਕ ਵਾਰੀ, ਕਿਉਂਕਿ ਉਹ ਰਿਕਾਰਡਿੰਗ ਦੇ ਵਿੱਚ ਸ਼ੋ ਹੋਣਗੇ ਫਿਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਵੈਦਿਕ ਕਾਲ ਦੀ ਜੋ ਵੰਡ ਹੈ ਉਹ 2 ਭਾਗਾਂ ਦੇ ਵਿੱਚ ਕੀਤੀ ਗਈ ਹੈ। ਪਹਿਲੇ ਕਾਲ ਨੂੰ ਰਿਗ ਵੈਦਿਕ ਕਾਲ ਔਰ ਦੂਸਰੇ ਕਾਲ ਨੂੰ ਉੱਤਰ ਵੈਦਿਕ ਕਾਲ ਕਿਹਾ ਗਿਆ ਹੈ, ਠੀਕ ਹੈ। ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਵੇਦਾਂ ਦੀ ਗਿਣਤੀ ਨਹੀਂ ਪੁੱਛੀ ਗਈ, ਇੱਥੇ ਪੁੱਛਿਆ ਗਿਆ ਵੈਦਿਕ ਕਾਲ ਦੀ ਵੰਡ, ਸਮੇਂ ਦੀ ਵੰਡ, ਠੀਕ ਹੈ। ਵੈਦਿਕ ਪੀਰੀਅਡ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ, ਰਿਗਵੈਦਿਕ ਪੀਰੀਅਡ ਔਰ ਉੱਤਰ ਵੈਦਿਕ ਪੀਰੀਅਡ, ਜੋ ਰਿਗਵੈਦਿਕ ਕਾਲ ਤੋਂ ਬਾਅਦ ਦਾ ਸਮਾਂ ਹੈ, ਠੀਕ ਹੈ। ਦੂਸਰਾ ਕੁਐਸਚਨ ਹੈ, ਉੱਤਰ ਵੈਦਿਕ ਕਾਲ ਦਾ ਸਮਾਂ ਹੈ। ਆਪਸ਼ਨ ਏ ਹੈ 1500 ਤੋਂ ਲੈ ਕੇ 1000 ਈਸਵੀ ਪੂਰਵ, ਆਪਸ਼ਨ ਬੀ ਹੈ 2000 ਤੋਂ 500 ਈਸਵੀ ਪੂਰਵ, ਆਪਸ਼ਨ ਸੀ ਹੈ 1500 ਤੋਂ ਲੈ ਕੇ 500 ਈਸਵੀ ਪੂਰਵ, ਆਪਸ਼ਨ ਡੀ ਹੈ 1000 ਤੋਂ ਲੈ ਕੇ 600 ਈਸਵੀ ਪੂਰਵ। ਜੋ ਵੀ ਕੁਐਸਚਨ ਵਿੱਚ ਡਾਊਟ ਹੋਏ, ਤੁਹਾਨੂੰ ਸਭ ਨੂੰ ਪਤਾ ਹੈ ਕਿ ਕੁਐਸਚਨ ਵਿੱਚ ਡਾਊਟ ਐਂਡ ਤੇ ਲੈ ਜਾਣਗੇ। ਕੁਐਸਚਨ ਨੰਬਰ ਨੋਟ ਕਰ ਲਿਓ, ਉਦੋਂ ਵੀ ਮੈਂ ਕਲੈਰੀਫਾਈ ਕਰਾਂਗਾ, ਠੀਕ ਹੈ। ਏ ਔਰ ਡੀ ਆ ਰਿਹਾ ਇਸ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਜੋ ਹੈ ਡੀ। ਉੱਤਰ ਵੈਦਿਕ ਕਾਲ ਦਾ ਜੋ ਸਮਾਂ ਹੈ ਉਹ 1000 ਤੋਂ ਲੈ ਕੇ 600 ਈਸਵੀ ਪੂਰਵ ਦਾ ਹੈ ਔਰ ਰਿਗਵੈਦਿਕ ਦਾ ਸਮਾਂ ਜੋ ਹੈ ਉਹ 1500 ਤੋਂ ਲੈ ਕੇ 1000 ਈਸਵੀ ਪੂਰਵ ਤੱਕ ਹੈ, ਠੀਕ ਹੈ। ਉੱਤਰ ਵੈਦਿਕ ਕਾਲ ਦਾ ਆਪਸ਼ਨ ਡੀ ਹੈ ਔਰ ਉੱਤਰ ਵੈਦਿਕ ਕਾਲ ਤੋਂ ਪਹਿਲਾਂ ਦਾ ਜੋ ਕਾਲ ਹੈ ਰਿਗਵੈਦਿਕ ਕਾਲ, ਉਹ 1500 ਤੋਂ ਲੈ ਕੇ 1000 ਈਸਵੀ ਪੂਰਵ ਤੱਕ ਹੈ। ਕਿਉਂਕਿ ਵੈਦਿਕ ਕਾਲ ਨੂੰ ਆਪਾਂ 2 ਭਾਗਾਂ ਦੇ ਵਿੱਚ ਵੰਡਿਆ, ਰਿਗਵੈਦਿਕ ਕਾਲ ਔਰ ਉੱਤਰ ਵੈਦਿਕ ਕਾਲ। ਥਰਡ ਕੁਐਸਚਨ ਹੈ, ਮੈਕਸ ਮੂਲਰ ਦੇ ਅਨੁਸਾਰ ਆਰੀਆ ਦਾ ਮੂਲ ਨਿਵਾਸ ਸਥਾਨ ਹੈ। ਆਪਸ਼ਨ ਏ ਹੈ ਇੰਡੀਆ, ਆਪਸ਼ਨ ਬੀ ਹੈ ਅਫਗਾਨਿਸਤਾਨ, ਆਪਸ਼ਨ ਸੀ ਹੈ ਮੱਧ ਏਸ਼ੀਆ, ਆਪਸ਼ਨ ਡੀ ਹੈ ਬੰਗਲਾਦੇਸ਼। ਸੀ ਆ ਰਿਹਾ ਮੋਸਟਲੀ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਮੈਕਸ ਮੂਲਰ ਦੇ ਅਨੁਸਾਰ ਆਰੀਆਂ ਦਾ ਮੂਲ ਨਿਵਾਸ ਸਥਾਨ ਜੋ ਸੀ ਉਹ ਮੱਧ ਏਸ਼ੀਆ ਸੀ। ਹਾਲਾਂਕਿ ਬਾਅਦ ਵਿੱਚ ਇਹ ਪ੍ਰੂਫ ਹੋ ਗਿਆ ਕਿ ਜੋ ਆਰੀਆ ਲੋਕ ਸੀ ਉਹ ਇੰਡੀਅਨ ਹੀ ਸੀ, ਉਹ ਕਿਸੇ ਬਾਹਰਲੇ ਦੇਸ਼ ਤੋਂ ਨਹੀਂ ਆਏ ਸੀ, ਉਹ ਇੰਡੀਆ ਦੇ ਹੀ ਰਹਿਣ ਵਾਲੇ ਸੀ, ਠੀਕ ਹੈ। ਲੇਕਿਨ ਮੈਕਸ ਮੂਲਰ ਬਾਰੇ ਪੁੱਛਿਆ ਜਾਏ ਤਾਂ ਮੈਕਸ ਮੂਲਰ ਕਹਿੰਦਾ ਕਿ ਆਰੀਆ ਜੋ ਸੀ ਉਹ ਮੱਧ ਏਸ਼ੀਆ ਤੋਂ ਆਏ ਸੀ। ਫੋਰਥ ਕੁਐਸਚਨ ਹੈ, ਆਰੀਆ ਸਮਾਜ ਦੁਆਰਾ ਨਿਰਮਿਤ ਸਭਿਅਤਾ ਕਹਿਲਾਈ। ਆਪਸ਼ਨ ਏ ਹੈ ਸਿੰਧੂ ਘਾਟੀ ਸਭਿਅਤਾ, ਆਪਸ਼ਨ ਬੀ ਹੈ ਵੈਦਿਕ ਸਭਿਅਤਾ, ਆਪਸ਼ਨ ਸੀ ਹੈ ਸੰਸਕ੍ਰਿਤੀ ਸਭਿਅਤਾ,
ਆਪਸ਼ਨ ਡੀ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ। BCABA ਇਹ ਤਾਂ ਨਹੀਂ ਆਣਾ ਚਾਹੀਦਾ ਯਾਰ, ਇਹ ਕੌਣ ਦੇ ਰਿਹਾ, ਇਹ ਕਾਫੀ ਆਨਸਰ ਆ ਰਿਹਾ। ਹੜੱਪਾ ਸਭਿਅਤਾ ਬਾਰੇ ਕੱਲ ਹੋਇਆ ਹੈ, ਠੀਕ ਹੈ। ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਬੀ ਹੈ। ਆਰੀਆ ਸਮਾਜ ਦੁਆਰਾ ਜੋ ਵੀ ਨਿਰਮਿਤ ਸਭਿਅਤਾ ਸੀ ਉਹ ਵੈਦਿਕ ਸਭਿਅਤਾ ਕਹਿਲਾਈ, ਕਿਉਂਕਿ ਆਪਾਂ ਵੈਦਿਕ ਪੀਰੀਅਡ ਬਾਰੇ ਗੱਲ ਕਰ ਰਹੇ ਹਾਂ। ਵੈਦਿਕ ਜੋ ਸਭਿਅਤਾ ਸੀ ਉਹ ਆਰੀਆਂ ਬਾਰੇ ਸੀ, ਠੀਕ ਹੈ। ਸਿੱਧੂ ਘਾਟੀ ਸਭਿਅਤਾ ਤਾਂ ਹੈਗੀ ਸੀ ਉਹ ਜੋ ਪਹਿਲੀ ਨਗਰੀ ਸਭਿਅਤਾ ਸੀ, ਪਹਿਲੀ ਅਰਬਨ ਸਿਵਲਾਈਜੇਸ਼ਨ ਸੀ, ਉਹ ਸਿੱਧੂ ਘਾਟੀ ਸਭਿਅਤਾ ਸੀ, ਜਿਸ ਨੂੰ ਹੜੱਪਾ ਸਭਿਅਤਾ ਵੀ ਕਿਹਾ ਜਾਂਦਾ ਹੈ, ਠੀਕ ਹੈ। ਪੰਜਵਾਂ ਕੁਐਸਚਨ ਹੈ ਆਰੀਆ ਸਮਾਜ ਸੀ। ਆਪਸ਼ਨ ਏ ਹੈ ਪੇਂਡੂ, ਆਪਸ਼ਨ ਬੀ ਹੈ ਸ਼ਹਿਰੀ, ਆਪਸ਼ਨ ਸੀ ਹੈ ਦੋਨੋਂ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਜੋ ਆਰੀਆ ਸਭਿਅਤਾ ਸੀ ਉਹ ਕਿਸ ਤਰ੍ਹਾਂ ਦੀ ਸੀ, ਪੇਂਡੂ, ਸ਼ਹਿਰੀ, ਦੋਨੋਂ ਜਾਂ ਕੋਈ ਵੀ ਨਹੀਂ। ਸੀ ਆ ਰਿਹਾ ਆਨਸਰ ਮੋਸਟਲੀ। ਤੁਹਾਨੂੰ ਲੱਗਦਾ ਹੈ ਸ਼ਹਿਰੀ ਸੀ ਆਰੀਆ ਸਭਿਅਤਾ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ ਪੇਂਡੂ। ਆਰੀਆ ਜੋ ਸਭਿਅਤਾ ਸੀ ਉਹ ਗ੍ਰਾਮੀਣ ਸਭਿਅਤਾ ਸੀ, ਜਿਵੇਂ ਕਿ ਮੈਂ ਉਹ ਹੜੱਪਾ ਵਾਲੀ ਕਲਾਸ ਦੇ ਵਿੱਚ ਦੱਸਿਆ ਸੀ। ਆਵਾਜ਼ ਸਭ ਨੂੰ ਹੀ ਸਲੋ ਆ ਰਹੀ ਹੈ। ਆਰੀਆ ਸਭਿਅਤਾ ਜੋ ਸੀ ਉਹ ਪੇਂਡੂ ਸਭਿਅਤਾ, ਜਿਸ ਨੂੰ ਗ੍ਰਾਮੀਣ ਸਭਿਅਤਾ ਕਿਹਾ ਜਾਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਜੋ ਪਹਿਲੀ ਸਭਿਅਤਾ ਸੀ ਹੜੱਪਾ ਸਭਿਅਤਾ ਉਹ ਅਰਬਨ ਸਿਵਲਾਈਜੇਸ਼ਨ ਸੀ, ਔਰ ਉਸ ਤੋਂ ਬਾਅਦ ਜਿਹੜੀ ਦੂਸਰੀ ਸ਼ਹਿਰੀ ਸਭਿਅਤਾ ਦਾ ਵਿਕਾਸ ਭਾਰਤ ਦੇ ਵਿੱਚ ਹੋਇਆ ਉਹ ਲਗਭਗ 600 ਈਸਵੀ ਪੂਰਵ ਦੇ ਏੜ ਗੇੜ ਦੇ ਵਿੱਚ ਹੋਇਆ, ਜਦੋਂ ਜਨਪਦ ਔਰ ਮਹਾਜਨਪਦ ਬਣੇ। ਉਸ ਦੇ ਵਿੱਚ ਦਾ ਜਿੰਨਾ ਵੀ ਸਮਾਂ ਹੈ ਉਹ ਗ੍ਰਾਮੀਣ ਸਭਿਅਤਾ ਦਾ ਸਮਾਂ ਹੈ, ਇਸ ਲਈ ਆਰੀਆ ਸਮਾਜ ਜੋ ਸੀ ਪੇਂਡੂ ਸਮਾਜ ਸੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੋਏਗਾ। ਛੇਵਾਂ ਕੁਐਸਚਨ ਹੈ ਆਰੀਆ ਸਮਾਜ ਨੇ ਕਿਹੜੀ ਭਾਸ਼ਾ ਨੂੰ ਅਪਣਾਇਆ। ਆਪਸ਼ਨ ਏ ਹੈ ਪ੍ਰਕਿਰਤੀ, ਆਪਸ਼ਨ ਏ ਹੈ ਪ੍ਰਾਕ੍ਰਿਤ, ਆਪਸ਼ਨ ਬੀ ਹੈ ਸੰਸਕ੍ਰਿਤ, ਆਪਸ਼ਨ ਸੀ ਹੈ ਹਿੰਦੀ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਜੋ ਆਰੀਆ ਲੋਕ ਸੀ ਉਹ ਕਿਹੜੀ ਭਾਸ਼ਾ ਬੋਲਦੇ ਸੀ। ਬੀ ਆ ਰਿਹਾ ਮੋਸਟਲੀ ਇਸ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੀ ਹੈ, ਕਿਉਂਕਿ ਜੋ ਆਰੀਆ ਸਭਿਅਤਾ ਦੇ ਸਮੇਂ ਹੀ ਵੇਦ ਲਿਖੇ ਗਏ ਔਰ ਵੇਦਾਂ ਦੀ ਜਿਹੜੀ ਲੈਂਗੁਏਜ ਸੀ ਉਹ ਸੰਸਕ੍ਰਿਤ ਸੀ, ਠੀਕ ਹੈ। ਇਸ ਲਈ ਆਰੀਆ ਸਮਾਜ ਦੇ ਵਿੱਚ ਜੋ ਭਾਸ਼ਾ ਅਪਣਾਈ ਗਈ ਸੀ ਉਹ ਸੰਸਕ੍ਰਿਤ ਸੀ। ਸੱਤਵਾਂ ਕੁਐਸਚਨ ਹੈ ਆਰੀਆ ਸਮਾਜ ਵਿੱਚ ਗ੍ਰਾਮ ਦੇ ਮੁਖੀਆਂ ਨੂੰ ਕਿਹਾ ਜਾਂਦਾ ਸੀ। ਆਪਸ਼ਨ ਏ ਹੈ ਸਰਪੰਚ, ਆਪਸ਼ਨ ਬੀ ਹੈ ਗ੍ਰਾਮੀਣੀ, ਆਪਸ਼ਨ ਸੀ ਹੈ ਦੋਨੋਂ, ਆਪਸ਼ਨ ਡੀ ਹੈ ਵਿਸ਼ਪਤੀ। ਚੈਪਟਰ ਪੜਿਆ ਕਰੋ ਸਾਰਾ, ਫਿਰ ਸਮਝਾਇਆ ਕਰੂਗਾ। ਐਵੇਂ ਆਪਸ਼ਨ ਨਾਲ ਤਾਂ ਉਲਝਣ ਪੈਦਾ ਹੁੰਦੀ ਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਆਰੀਆ ਸਮਾਜ ਦੇ ਵਿੱਚ ਗ੍ਰਾਮ ਦੇ ਮੁਖੀਆਂ ਨੂੰ ਗ੍ਰਾਮੀਣੀ ਕਿਹਾ ਜਾਂਦਾ ਸੀ, ਔਰ ਜੋ ਵਿਸ਼ਪਤੀ ਸੀ ਉਹ ਵਿਸ਼ ਦਾ ਪ੍ਰਧਾਨ ਸੀ। ਸਰਪੰਚ ਵਗੈਰਾ ਦੀ ਉਦੋਂ ਕੋਈ ਵਿਵਸਥਾ ਨਹੀਂ ਸੀ, ਠੀਕ ਹੈ। ਵਿਸ਼ ਇੱਕ ਜ਼ਿਲ੍ਹੇ ਨੂੰ ਕਿਹਾ ਜਾਂਦਾ ਸੀ ਔਰ ਉਸ ਦੇ ਪ੍ਰਧਾਨ ਨੂੰ ਵਿਸ਼ਪਤੀ ਕਿਹਾ ਜਾਂਦਾ ਸੀ, ਠੀਕ ਹੈ। ਔਰ ਰਾਜਨ ਜੋ ਸੀ ਉਹ ਜਨ ਦਾ ਸ਼ਾਸਕ ਸੀ, ਠੀਕ ਹੈ। ਆਰੀਆ ਸਮਾਜ ਵਿੱਚ ਰਾਜੇ ਨੂੰ ਸਲਾਹ ਦੇਣ ਵਾਲੀ ਸੰਸਥਾ ਸੀ। ਆਪਸ਼ਨ ਏ ਹੈ ਸਭਾ, ਆਪਸ਼ਨ ਬੀ ਹੈ ਸਮਿਤੀ, ਆਪਸ਼ਨ ਸੀ ਹੈ ਦੋਨੋਂ, ਆਪਸ਼ਨ ਡੀ ਹੈ ਸਿਰਫ ਸਭਾ। ਤਾਂ ਹੀ ਕਿਹਾ ਸੀ ਲੈਕਚਰ ਲਓ। ਇੱਕ ਮਿੰਟ ਯਾਰ, ਮੇਰੀ ਆਡੀਓ ਸਭ ਨੂੰ ਨਹੀਂ ਆ ਰਹੀ? ਮਾਈਕ ਇੱਕ ਵਾਰੀ ਸਭ ਦੇ ਅਨਮਿਊਟ ਆ, ਇੱਕ ਵਾਰੀ ਕਨਫਰਮ ਕਰ ਦਿਓ। ਸੰਜੇ ਕਿਵੇਂ, ਨੈਟਵਰਕ ਦਾ ਕਾਹਦਾ ਇਸ਼ੂ ਹੈ? ਓਕੇ ਸੰਜੇ, ਤੈਨੂੰ ਕੀ ਇਸ਼ੂ ਆ ਰਿਹਾ? ਮੇਰੇ ਕੋਲ ਨੈਟਵਰਕ ਪ੍ਰੋਬਲਮ ਹੈ। ਡਾਕਟਰ ਨਾਲ ਅਟੈਚ ਕਰ ਲਾ।
ਚੱਲ ਚੱਲ ਠੀਕ ਹੈ, ਮੈਂ ਫਿਰ ਆਨਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ ਦੋਨੋਂ। ਆਰੀਆ ਸਮਾਜ ਦੇ ਵਿੱਚ ਰਾਜੇ ਨੂੰ ਸਲਾਹ ਦੇਣ ਵਾਲੀ ਜੋ ਸੰਸਥਾ ਸੀ ਉਹ ਸਭਾ ਵੀ ਸੀ ਔਰ ਸਮਿਤੀ ਵੀ ਸੀ। ਠੀਕ ਹੈ, ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੋਏਗਾ। ਔਰ ਸਭਾ ਤੇ ਸਮਿਤੀ ਬਾਰੇ ਆਪਾਂ ਜਾਣ ਲਈਏ। ਸਭਾ ਜੋ ਸੀ ਉਹ ਸ੍ਰੇਸ਼ਟ ਲੋਕਾਂ ਦੀ ਸੰਸਥਾ ਸੀ। ਠੀਕ ਹੈ, ਜੋ ਸਭਾ ਸੀ ਉਹ ਸ੍ਰੇਸ਼ਟ ਲੋਕਾਂ ਦੀ ਸਭਾ ਸੀ, ਔਰ ਜੋ ਸਮਿਤੀ ਸੀ ਉਹ ਆਮ ਜਨਤਾ ਦਾ ਪ੍ਰਤੀਨਿਧਿਤਵ ਕਰਦੀ ਸੀ। ਜਿਵੇਂ ਆਪਾਂ ਅੱਜ ਦੇ ਸਮੇਂ ਦੇ ਵਿੱਚ ਵੇਖੀਏ, ਲੋਕ ਸਭਾ ਅਤੇ ਰਾਜ ਸਭਾ ਜੋ ਹੈ ਉਹਦੇ ਨਾਲ ਕੰਪੈਰੀਜ਼ਨ ਕਰ ਸਕਦੇ ਹਾਂ ਸਭਾ ਤੇ ਸਮਿਤੀ ਦਾ। ਲੋਕ ਸਭਾ ਦੇ ਵਿੱਚ ਕੀ ਕਰਦੇ ਆ ਕਿ ਆਪਾਂ ਆਪਣੇ ਜੋ ਆ ਪ੍ਰਤੀਨਿਧੀਆਂ ਨੂੰ ਚੁਣ ਕੇ ਭੇਜਦੇ ਆ, ਉਵੇਂ ਹੀ ਇੱਥੇ ਸਮਿਤੀ ਦੇ ਵਿੱਚ ਹੁੰਦਾ ਸੀ। ਸਮਿਤੀ ਦੇ ਵਿੱਚ ਕੀ ਹੁੰਦਾ ਸੀ ਕਿ ਆਮ ਜਨਤਾ ਦੇ ਪ੍ਰਤੀਨਿਧੀ ਹੁੰਦੇ ਸੀ। ਔਰ ਰਾਜ ਸਭਾ ਦੀ ਗੱਲ ਕਰੀਏ ਤਾਂ ਰਾਜ ਸਭਾ ਦੇ ਵਿੱਚ ਜਿਹੜੇ ਵੀ ਮੈਂਬਰ ਚੁਣੇ ਜਾਂਦੇ ਆ ਉਹਨਾਂ ਵਿੱਚੋਂ 12 ਮੈਂਬਰ ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਆ, ਔਰ ਬਾਕੀ ਜੋ ਆ ਰਾਜ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਚੁਣਦੇ ਆ ਉਹਨਾਂ ਨੂੰ, ਰਾਜ ਸਭਾ ਦੇ ਮੈਂਬਰਾਂ ਨੂੰ। ਠੀਕ ਹੈ, ਉਵੇਂ ਹੀ ਸਭਾ ਦੇ ਮੈਂਬਰ ਸੀ ਜੋ ਸ੍ਰੇਸ਼ਟ ਸੀ। ਠੀਕ ਹੈ, 9ਵਾਂ ਕੁਐਸਚਨ ਹੈ, ਦਾਸ ਰਾਜ ਯੁੱਧ ਦਾ ਉਲੇਖ ਰਿਗਵੇਦ ਦੇ ਕਿਸ ਮੰਡਲ ਵਿੱਚ ਮਿਲਦਾ ਹੈ? ਆਪਸ਼ਨ ਏ ਹੈ 9th, ਆਪਸ਼ਨ ਬੀ ਹੈ 10th, ਆਪਸ਼ਨ ਸੀ ਹੈ 7th, ਆਪਸ਼ਨ ਡੀ ਹੈ 5th। ਓਕੇ 10 ਮੇਰੇ ਕੋਲ, ਅੱਛਾ ਸੰਜੇ ਕੋਲ ਹੀ ਹੈ। ਹਾਂ ਠੀਕ ਹੈ, ਬੀ 10 ਹੀ ਆ ਰਿਹਾ ਮੋਸਟਲੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਦਾਸ ਰਾਜ ਯੁੱਧ ਦਾ ਉਲੇਖ 7th ਮੰਡਲ ਵਿੱਚ ਮਿਲਦਾ ਹੈ ਰਿਗਵੇਦ ਦੇ। 7th ਮੰਡਲ ਵਿੱਚ ਕੀ ਲਿਖਿਆ ਹੋਇਆ ਕਿ ਇਹ ਯੁੱਧ ਜੋ ਹੋਇਆ ਸੀ ਪਰੁਸ਼ਨੀ ਨਦੀ, ਜਿਸ ਨੂੰ ਰਾਵੀ ਨਦੀ ਕਿਹਾ ਜਾਂਦਾ ਹੈ, ਰਾਵੀ ਨਦੀ ਦੇ ਕੰਢੇ ਤੇ ਲੜਿਆ ਗਿਆ ਸੀ। ਔਰ ਇਹ ਯੁੱਧ ਕਿਹਦੇ ਕਿਹਦੇ ਵਿੱਚ ਹੋਇਆ? ਸੁਦਾਸ ਅਤੇ 10 ਰਾਜਿਆਂ ਵਿੱਚ, ਸੁਦਾਸ ਅਤੇ 10 ਹੋਰ ਰਾਜਿਆਂ ਦੇ ਵਿੱਚ। ਔਰ ਜਿੱਤ ਕਿਸ ਦੀ ਹੋਈ? ਸੁਦਾਸ ਦੀ। ਠੀਕ ਹੈ, ਦਾਸ ਰਾਜ ਯੁੱਧ ਦਾ ਉਲੇਖ ਜੋ ਹੈ 7th ਮੰਡਲ ਦੇ ਵਿੱਚ ਮਿਲਦਾ ਹੈ ਰਿਗਵੇਦ ਦੇ। ਔਰ ਜੋ 10ਵਾਂ ਮੰਡਲ ਹੈ ਜਿਸ ਦਾ ਆਨਸਰ ਤੁਸੀਂ ਦੇ ਰਹੇ ਸੀ, ਉਸ ਦੇ ਵਿੱਚ ਕੀ ਕਿਹਾ ਗਿਆ? ਪੁਰਸ਼ ਸੂਤਕ ਵਿੱਚ 4 ਵਰਨਾਂ ਦੀ ਗੱਲ ਕੀਤੀ ਗਈ ਹੈ। ਉਹ 4 ਵਰਨ ਕਿਹੜੇ ਆ? ਜਿਵੇਂ ਬ੍ਰਾਹਮਣ ਨੂੰ ਬ੍ਰਹਮਾ ਦੇ ਮੂੰਹ ਵਿੱਚੋਂ, ਖੱਤਰੀ ਨੂੰ ਬ੍ਰਹਮਾ ਦੀ ਭੁਜਾਵਾਂ ਦੇ ਵਿੱਚੋਂ, ਵੈਸ਼ ਨੂੰ ਬ੍ਰਹਮਾ ਦੇ ਪੱਟਾਂ ਵਿੱਚੋਂ, ਜਿਵੇਂ ਜਿਹਨੂੰ ਥਾਈ ਕਿਹਾ ਜਾਂਦਾ ਇੰਗਲਿਸ਼ ਵਿੱਚ, ਅਤੇ ਸ਼ੂਦਰ ਨੂੰ ਪੈਰਾਂ ਦੇ ਵਿੱਚੋਂ ਉਤਪੰਨ ਹੋਇਆ ਮੰਨਿਆ ਜਾਂਦਾ ਹੈ ਬ੍ਰਹਮਾ ਦੇ। ਇਸ ਬਾਰੇ ਉਲੇਖ ਜੋ ਹੈ 10ਵੇਂ ਮੰਡਲ ਦੇ ਵਿੱਚ ਮਿਲਦਾ ਹੈ ਰਿਗਵੇਦ ਦੇ। ਠੀਕ ਹੈ, ਸੋ ਕਨਫਿਊਜ਼ ਨਾ ਹੋਇਓ। 7th ਮੰਡਲ ਵਿੱਚ ਦਾਸ ਰਾਜ ਯੁੱਧ ਦਾ ਉਲੇਖ ਹੁੰਦਾ ਹੈ, ਔਰ 10th ਮੰਡਲ ਦੇ ਵਿੱਚ ਪੁਰਸ਼ ਸੂਤਕ ਦੇ ਵਿੱਚ ਜੋ 4 ਵਰਨ ਆ ਉਹਨਾਂ ਬਾਰੇ ਉਲੇਖ ਮਿਲਦਾ ਹੈ। 10ਵਾਂ ਕੁਐਸਚਨ ਹੈ, ਉਪਨਿਸ਼ਦਾਂ ਦੀ ਸੰਖਿਆ ਦੱਸੋ। ਆਪਸ਼ਨ ਏ ਹੈ 10, ਆਪਸ਼ਨ ਬੀ ਹੈ 107, ਆਪਸ਼ਨ ਸੀ ਹੈ 108, ਆਪਸ਼ਨ ਡੀ ਹੈ 150, 150। ਸੀ ਆ ਰਿਹਾ ਔਰ 108 ਡਾਇਰੈਕਟ ਹੀ ਲਿਖਿਆ ਹੋਇਆ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਜੋ ਉਪਨਿਸ਼ਦ ਸੀ ਉਹਨਾਂ ਦੀ ਸੰਖਿਆ 108 ਸੀ। 11ਵਾਂ ਕੁਐਸਚਨ ਹੈ, वेदांग ਦੀ ਸੰਖਿਆ ਦੱਸੋ। ਆਪਸ਼ਨ ਏ ਹੈ 4, ਆਪਸ਼ਨ ਬੀ ਹੈ 10, ਆਪਸ਼ਨ ਸੀ ਹੈ 18, ਆਪਸ਼ਨ ਡੀ ਹੈ 6। ਏ ਡੀ 6 ਆ ਰਿਹਾ ਔਰ ਏ ਆ ਰਿਹਾ ਮੋਸਟਲੀ। ਦੇਖੋ ਇੱਥੇ वेदांग ਪੁੱਛਿਆ ਗਿਆ ਨਾ ਕਿ ਵੇਦ। ਠੀਕ ਹੈ, वेदांग ਦੀ ਜੋ ਸੰਖਿਆ ਸੀ ਉਹ 6 ਸੀ, ਵੇਦਾਂ ਦੀ ਸੰਖਿਆ 4 ਸੀ। ਵੇਦ ਕਿਹੜੇ ਕਿਹੜੇ ਸੀ? ਰਿਗਵੇਦ, ਸਾਮਵੇਦ, ਯਜੁਰਵੇਦ ਔਰ ਅਥਰਵੇਦ। ਇਹਨਾਂ ਦੀ ਸੰਖਿਆ 4 ਸੀ। ਠੀਕ ਹੈ, ਵਿਦਾਂਗਾ ਬਾਰੇ ਅੱਗੇ ਮੈਂ ਗੱਲ ਕਰਾਂਗਾ ਕਿਉਂਕਿ ਉਹਨਾਂ ਉੱਪਰ ਕੁਐਸਚਨ ਪਾਏ ਹੋਏ ਆ, ਉਹਨਾਂ ਨੂੰ ਹੁਣੇ ਡਿਟੇਲ ਵਿੱਚ ਦੱਸਤਾ ਤੁਹਾਨੂੰ। ਕੁਐਸਚਨ ਜੋ ਹੈ ਈਜ਼ੀ ਹੋ ਜਾਣਗੇ ਸੋਲਵ ਕਰਨੇ, ਫਿਰ ਉਹਦੀ ਕੋਈ ਤੁੱਕ ਨਹੀਂ ਰਹੇਗੀ। ਔਰ ਪੁਰਾਣਾ ਦੀ ਗਿਣਤੀ ਜੋ ਸੀ 18 ਸੀ। ਠੀਕ ਹੈ, वेदांग ਦਾ ਮਤਲਬ ਹੁੰਦਾ ਵੇਦਾਂ ਦੇ ਅੰਗ। ਅਗਰ ਇਹਨੂੰ ਤੋੜ ਕੇ ਦੇਖਿਆ ਜਾਏ ਤਾਂ वेदांग ਦਾ ਮਤਲਬ ਹੈ, ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ, ਵੇਦ ਪਲੱਸ ਅੰਗ। ਠੀਕ ਹੈ, ਵੇਦਾਂ ਦੇ ਅੰਗ। 12ਵਾਂ ਕੁਐਸਚਨ ਹੈ, ਆਰੀਆ ਸਮਾਜ ਦੀ ਸਭ ਤੋਂ ਛੋਟੀ ਇਕਾਈ ਸੀ। ਆਪਸ਼ਨ ਏ ਹੈ ਕੁਲ, ਆਪਸ਼ਨ ਬੀ ਹੈ ਗ੍ਰਾਮ, ਆਪਸ਼ਨ ਸੀ ਹੈ ਵਿਸ਼, ਆਪਸ਼ਨ ਡੀ ਹੈ ਜਨ। ਸੀ ਆ ਰਿਹਾ ਆਨਸਰ ਕੁਲ।
ਓਕੇ, ਇਹ ਆ ਰਿਹਾ। ਆਰੀਆ ਸਮਾਜ ਦੀ ਜੋ ਸਭ ਤੋਂ ਛੋਟੀ ਇਕਾਈ ਸੀ ਉਹ ਕੁੱਲ ਸੀ, ਆਪਸ਼ਨ ਏ ਹੈ। ਇਸ ਨੂੰ ਪਰਿਵਾਰ ਵੀ ਕਿਹਾ ਜਾਂਦਾ ਹੈ, ਕੁੱਲ ਨੂੰ। ਔਰ ਅਗਰ ਇਸ ਦਾ ਮੁਖੀਆ ਪੁੱਛ ਲਿਆ ਜਾਏ ਕਿ ਆਰੀਆ ਸਮਾਜ ਦੀ ਸਭ ਤੋਂ ਛੋਟੀ ਇਕਾਈ ਕੁੱਲ ਦਾ ਮੁਖੀਆ ਕੌਣ ਸੀ, ਤਾਂ ਉਸ ਦਾ ਮੁਖੀਆ ਜੋ ਸੀ ਪਿਤਾ ਸੀ, ਉਸ ਨੂੰ ਕੀ ਕਿਹਾ ਜਾਂਦਾ ਸੀ? ਕੁਲਪ। ਕੁਲਪ, ਠੀਕ ਹੈ, ਕੁਲਪ ਕਹਿੰਦੇ ਸੀ ਕੁੱਲ ਦੇ ਮੁਖੀਆ ਨੂੰ। ਕੁੱਲ ਤੋਂ ਬਾਅਦ ਜੋ ਹੈ ਉਹ ਗ੍ਰਾਮ ਆਂਦਾ ਹੈ, ਠੀਕ ਹੈ। ਗ੍ਰਾਮ ਤੋਂ ਬਾਅਦ ਵਿਸ਼, ਔਰ ਵਿਸ਼ ਤੋਂ ਬਾਅਦ ਜਨ ਆਂਦਾ ਹੈ, ਜਨ ਤੋਂ ਬਾਅਦ ਰਾਸ਼ਟਰ ਆਉਂਦਾ ਹੈ, ਠੀਕ ਹੈ। ਅਗਰ ਇੱਕ ਸੀਕੁਐਂਸ ਦੇ ਵਿੱਚ ਪੁੱਛਿਆ ਜਾਏ ਤਾਂ ਸੀਕੁਐਂਸ ਇਵੇਂ ਹੈ, ਸਭ ਤੋਂ ਪਹਿਲਾਂ ਕੁੱਲ ਆਏਗਾ, ਫਿਰ ਗ੍ਰਾਮ, ਫਿਰ ਵਿਸ਼, ਫਿਰ ਜਨ, ਉਸ ਤੋਂ ਬਾਅਦ ਰਾਸ਼ਟਰ ਆਏਗਾ, ਠੀਕ ਹੈ, ਮਤਲਬ ਨੇਸ਼ਨ। 13ਵਾਂ ਕੁਐਸਚਨ ਹੈ, ਆਰੀਆ ਸਮਾਜ ਵਿੱਚ ਔਰਤ ਦੀ ਸਥਿਤੀ ਬਾਰੇ ਕਿਹੜਾ ਕਥਨ ਗਲਤ ਹੈ? ਆਪਸ਼ਨ ਏ ਹੈ ਪਤੀ ਨਾਲ ਯੱਗ ਕਰ ਸਕਦੀਆਂ ਸੀ, ਆਪਸ਼ਨ ਬੀ ਹੈ ਬਾਲ ਵਿਆਹ ਅਤੇ ਪਰਦਾ ਪ੍ਰਥਾ ਨਹੀਂ ਸੀ, ਆਪਸ਼ਨ ਸੀ ਹੈ ਸਿੱਖਿਆ ਲੈ ਸਕਦੀਆਂ ਸੀ, ਆਪਸ਼ਨ ਡੀ ਹੈ ਵਿਧਵਾ ਵਿਆਹ ਨਹੀਂ ਕਰਵਾ ਸਕਦੀ ਸੀ। ਜੋ ਆਰੀਆ ਸਮਾਜ ਦੇ ਵਿੱਚ ਔਰਤ ਸੀ ਉਸ ਦੀ ਸਥਿਤੀ ਬਾਰੇ ਕਿਹੜਾ ਕਥਨ ਗਲਤ ਹੈ? ਤੁਸੀਂ ਦੇਖਣਾ ਹੈ ਗਲਤ ਕਿਹੜਾ ਹੈ। ਬੀ ਔਰ ਸੀ ਆ ਰਿਹਾ, ਐਜੂਕੇਸ਼ਨ ਹੀ ਆ ਰਿਹਾ ਸੰਜੇ ਦਾ ਵੀ। ਸੋ ਇਸ ਦਾ ਰਾਈਟ ਆਨਸਰ ਹੈ, ਗਲਤ ਦੱਸਣਾ ਹੈ ਯਾਰ, ਕਨਫਿਊਜ਼ ਨਾ ਹੋ, ਕੁਐਸਚਨ ਦੇ ਵਿੱਚ ਲਿਖਿਆ ਗਲਤ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਵਿਧਵਾ ਵਿਵਾਹ ਨਹੀਂ ਕਰਵਾ ਸਕਦੀ ਸੀ। ਇਹ ਗਲਤ ਲਿਖਿਆ ਹੋਇਆ ਕਿਉਂਕਿ ਵਿਧਵਾ ਜੋ ਸੀ ਉਹ ਵਿਆਹ ਕਰਵਾ ਸਕਦੀ ਸੀ ਆਰੀਆ ਸਮਾਜ ਦੇ ਵਿੱਚ। ਕੀ ਹੈਗਾ ਸੀ ਉਹਦੇ ਲਈ? ਵਿਧਵਾ ਜਦੋਂ ਹੋ ਜਾਂਦੀ ਸੀ ਕੋਈ ਔਰਤ, ਅਗਰ ਉਸਦਾ ਪਤੀ ਮਰ ਜਾਂਦਾ ਸੀ ਤਾਂ ਉਹ ਪਤੀ ਦੇ ਛੋਟੇ ਭਰਾ ਮਤਲਬ ਆਪਣੇ ਦੇਵਰ ਨਾਲ ਵਿਵਾਹ ਕਰਵਾ ਸਕਦੀ ਸੀ, ਠੀਕ ਹੈ। ਪਤੀ ਨਾਲ ਯੱਗ ਕਰ ਸਕਦੀਆਂ ਸੀ, ਇਹ ਸਹੀ ਹੈ। ਬਾਲ ਵਿਵਾਹ ਤੇ ਪਰਦਾ ਪ੍ਰਥਾ ਨਹੀਂ ਸੀ, ਇਹ ਵੀ ਸਹੀ ਹੈ। ਸਿੱਖਿਆ ਲੈ ਸਕਦੀਆਂ ਸੀ, ਇਹ ਵੀ ਸਹੀ ਹੈ, ਕਿਉਂਕਿ ਆਪਾਂ ਵੇਖਦੇ ਹਾਂ ਕਿ ਰਿਗਵੇਦ ਦੇ ਵਿੱਚ ਸਿੱਖਿਅਕ ਔਰਤਾਂ ਬਾਰੇ ਆਪਾਂ ਨੂੰ ਦੱਸਿਆ ਗਿਆ ਹੈ। ਕਿਹੜੀਆਂ ਕਿਹੜੀਆਂ ਸਿੱਖਿਅਕ ਔਰਤਾਂ ਸੀ? ਮੇਨ ਲੋਪਾਮੁਦਰਾ, ਘੋਸ਼ਾ, ਆਪਲਾ ਆਦਿ ਬਾਰੇ ਵਰਣਨ ਜੋ ਹੈ ਮਿਲਦਾ ਹੈ। ਇਸ ਲਈ ਆਰੀਆ ਸਮਾਜ ਦੇ ਵਿੱਚ ਜੋ ਔਰਤਾਂ ਸੀ ਉਹ ਵੀ ਸਿੱਖਿਆ ਲੈ ਸਕਦੀਆਂ ਸੀ, ਠੀਕ ਹੈ। 14ਵਾਂ ਕੁਐਸਚਨ ਹੈ, ਯੋਗ ਦਰਸ਼ਨ ਦੇ ਪ੍ਰਵਰਤਕ ਕੌਣ ਸੀ? ਆਪਸ਼ਨ ਏ ਹੈ ਚਾਰਵਾਕ, ਆਪਸ਼ਨ ਬੀ ਹੈ ਕਪਿਲ, ਆਪਸ਼ਨ ਸੀ ਹੈ ਪਤੰਜਲੀ, ਆਪਸ਼ਨ ਡੀ ਹੈ ਗੌਤਮ। ਸਰ ਈਟੀਟੀ ਸੈਕਿੰਡ ਪੇਪਰ ਵਾਲੇ ਵਾਸਤੇ ਵੀ ਆ। ਹਾਂ ਹਿਸਟਰੀ ਆਂਦੀ ਹੈ ਨਾ ਈਟੀਟੀ ਦੇ ਵਿੱਚ, ਸੈਕਿੰਡ ਪੇਪਰ ਦੇ ਵਿੱਚ ਰੇਨੂ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਯੋਗ ਦੇ ਦਰਸ਼ਨ ਦੇ ਪ੍ਰਵਰਤਕ ਜੋ ਸੀ ਉਹ ਪਤੰਜਲੀ ਸੀ। ਅਗਰ ਆਪਾਂ ਹੁਣ ਦੇ ਵਿੱਚ ਇਹਨੂੰ ਜੋੜ ਕੇ ਦੇਖੀਏ, ਹੁਣ ਦੇ ਸਮੇਂ ਵਿੱਚ ਬਾਬਾ ਰਾਮਦੇਵ ਵੀ ਯੋਗਾ ਕਰਵਾ ਰਹੇ ਆ, ਔਰ ਉਹਨਾਂ ਦੇ ਜੋ ਪ੍ਰੋਡਕਟ ਆ, ਉਹਨਾਂ ਦੇ ਉੱਪਰ ਜੋ ਟੈਗ ਲਾਈਨ ਆ ਉਹ ਵੀ ਪਤੰਜਲੀ ਦੀ ਆ, ਠੀਕ ਹੈ। ਪਤੰਜਲੀ ਨੂੰ ਬਾਬਾ ਰਾਮਦੇਵ ਨਾਲ ਜੋੜ ਸਕਦੇ ਆ, ਔਰ ਬਾਬਾ ਰਾਮਦੇਵ ਕੀ ਕਰਾਉਂਦੇ ਆ? ਯੋਗਾ ਕਰਾਉਂਦੇ ਆ। ਸੋ ਇਸ ਨੂੰ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ, ਠੀਕ ਹੈ। ਹੁਣ ਬਾਕੀ ਦੇਖ ਲਈਏ ਕਿ ਜੋ ਬਾਕੀ ਆ ਉਹ ਕੀ ਆ। ਚਾਰਵਾਕ ਜੋ ਸੀ ਉਸਨੇ ਚਾਰਵਾਕ ਸੰਹਿਤਾ ਲਿਖੀ ਸੀ, ਠੀਕ ਹੈ। ਪਤੰਜਲੀ ਬਾਰੇ ਹੋ ਗਿਆ ਕਿ ਯੋਗ ਬਾਰੇ ਗੱਲ ਕਰਦਾ ਹੈ, ਔਰ ਕਪਿਲ ਨੇ ਸੰਖਿਆ ਜੋ ਦਰਸ਼ਨ ਹੈ ਉਹ ਲਿਖਿਆ ਸੀ, ਔਰ ਗੌਤਮ ਨੇ ਨਿਆਂ ਦਰਸ਼ਨ ਲਿਖਿਆ ਸੀ, ਠੀਕ ਹੈ। 15ਵਾਂ ਕੁਐਸਚਨ ਹੈ, ਆਰੀਆ ਦਾ ਮੁੱਖ ਦੇਵਤਾ ਤੇ ਪਸ਼ੂ ਕੌਣ ਸੀ? ਆਪਸ਼ਨ ਏ ਹੈ ਸੋਮ ਤੇ ਘੋੜਾ, ਆਪਸ਼ਨ ਬੀ ਹੈ ਇੰਦਰ ਤੇ ਗਾਂ, ਆਪਸ਼ਨ ਸੀ ਹੈ ਅਗਨੀ ਤੇ ਬਲਦ, ਆਪਸ਼ਨ ਡੀ ਹੈ ਇੰਦਰ ਅਤੇ ਘੋੜਾ। ਆਰੀਆਂ ਦਾ ਮੁੱਖ ਦੇਵਤਾ ਤੇ ਪਸ਼ੂ ਦੱਸਣਾ ਹੈ। ਦੋ ਚੀਜ਼ਾਂ ਪੁੱਛੀਆਂ ਗਈਆਂ, ਇੱਕ ਦੇਵਤਾ ਔਰ ਇੱਕ ਪਸ਼ੂ। ਬੀ ਔਰ ਡੀ ਆ ਰਿਹਾ ਮੋਸਟਲੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ। ਆਰੀਆਂ ਦਾ ਮੁੱਖ ਦੇਵਤਾ ਜੋ ਸੀ ਇੰਦਰ ਸੀ, ਔਰ ਪਸ਼ੂ ਜੋ ਸੀ ਘੋੜਾ ਸੀ, ਠੀਕ ਹੈ। ਹਾਲਾਂਕਿ ਲੜਾਈਆਂ ਗਾਂ ਨੂੰ ਲੈ ਕੇ ਹੁੰਦੀਆਂ ਸੀ, ਲੇਕਿਨ ਮੁੱਖ ਪਸ਼ੂ ਜੋ ਸੀ ਉਹ ਘੋੜਾ ਸੀ। ਕੱਲ ਕੋਈ ਪੁੱਛ ਰਿਹਾ ਸੀ ਨਾ ਕਿ ਹੜੱਪਾ ਸਭਿਅਤਾ ਦੇ ਵਿੱਚ ਇੰਦਰ ਦੀ ਪੂਜਾ ਹੁੰਦੀ ਸੀ। ਇੰਦਰ ਦੇਵਤਾ ਜੋ ਸੀ ਉਹ ਕੱਲ ਵੀ ਮੈਂ ਕਿਹਾ ਸੀ ਕਿ ਆਰੀਆ ਕਾਲ ਦੇ ਵਿੱਚ ਵੈਦਿਕ ਪੀਰੀਅਡ ਦੇ ਵਿੱਚ ਹੀ ਮੁੱਖ ਦੇਵਤਾ ਗਿਣੇ ਗਏ ਸੀ, ਠੀਕ ਹੈ।
ਕਿਉਂਕਿ ਹੜੱਪਾ ਸਭਿਅਤਾ ਦੇ ਵਿੱਚ ਕੋਈ ਮੰਦਿਰ ਹੀ ਨਹੀਂ ਬਣਿਆ। ਹਾਲਾਂਕਿ ਪਸ਼ੂਪਤੀ ਬਾਰੇ ਜ਼ਿਕਰ ਆਇਆ ਹੈ, ਜਿਸ ਮੂਰਤੀ ਦੇ ਵਾਲੇ ਆਸ-ਪਾਸ ਪਸ਼ੂ ਖੜੇ ਆ, ਉਸ ਦੀ ਤੁਲਨਾ ਜੋ ਹੈ ਸ਼ਿਵ ਨਾਲ ਕੀਤੀ ਗਈ ਹੈ। ਠੀਕ ਹੈ। ਇੰਦਰ ਦੇ ਬਾਰੇ ਕੋਈ ਵੀ ਨਾ ਤਾਂ ਮੁਦਰਾ ਦੇ ਉੱਪਰ ਲੇਖ ਸੀ, ਨਾ ਹੀ ਕੋਈ ਮੰਦਿਰ ਵਗੈਰਾ ਬਣਿਆ ਹੋਇਆ ਸੀ। ਇਸ ਲਈ ਮੈਂ ਕੱਲ ਵੀ ਕਿਹਾ ਸੀ ਕਿ ਵੈਦਿਕ ਪੀਰੀਅਡ ਦੇ ਵਿੱਚ ਹੀ ਇੰਦਰ ਮੁੱਖ ਦੇਵਤਾ ਬਣੇ ਸੀ। ਠੀਕ ਹੈ। 16ਵਾਂ ਕੁਐਸਚਨ ਹੈ, ਰਿਗਵੇਦ ਦੇ ਅਨੁਸਾਰ ਪਵਿੱਤਰ ਨਦੀ ਹੈ। ਆਪਸ਼ਨ ਏ ਹੈ ਸਿੰਧੂ, ਆਪਸ਼ਨ ਬੀ ਹੈ ਗੰਗਾ, ਆਪਸ਼ਨ ਸੀ ਹੈ ਯਮੁਨਾ, ਆਪਸ਼ਨ ਡੀ ਹੈ ਸਰਸਵਤੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ। ਰਿਗਵੇਦਿਕ ਕਾਲ ਦੇ ਵਿੱਚ ਪਵਿੱਤਰ ਨਦੀ ਜੋ ਸੀ ਸਰਸਵਤੀ ਸੀ। ਸਭ ਤੋਂ ਮਹੱਤਵਪੂਰਨ ਨਦੀ ਵੀ ਸਰਸਵਤੀ ਸੀ ਔਰ ਪਵਿੱਤਰ ਨਦੀ ਵੀ ਸਰਸਵਤੀ ਸੀ। ਗੰਗਾ ਦਾ ਜ਼ਿਕਰ ਜੋ ਹੈ 1 ਵਾਰ ਹੋਇਆ ਔਰ ਯਮੁਨਾ ਦਾ ਜ਼ਿਕਰ ਜੋ ਹੈ 3 ਵਾਰ ਹੋਇਆ ਰਿਗਵੇਦ ਦੇ ਵਿੱਚ। ਸਿੰਧੂ ਦਾ ਜੋ ਜ਼ਿਕਰ ਹੈ ਸਭ ਤੋਂ ਵੱਧ ਵਾਰ ਹੋਇਆ ਹੈ। ਅਗਰ ਪੁੱਛਿਆ ਜਾਏ ਕਿ ਕਿਹੜੀ ਨਦੀ ਦਾ ਸਭ ਤੋਂ ਵੱਧ ਵਾਰ ਜ਼ਿਕਰ ਹੋਇਆ ਰਿਗਵੇਦ ਦੇ ਵਿੱਚ, ਤਾਂ ਉਹ ਸਿੰਧੂ ਹੈ। ਅਗਰ ਪਵਿੱਤਰ ਨਦੀ ਪੁੱਛੀ ਜਾਏ ਤਾਂ ਉਹ ਸਰਸਵਤੀ ਹੈ। ਗੰਗਾ ਦਾ ਉਲੇਖ ਸਿਰਫ 1 ਵਾਰ ਔਰ ਯਮੁਨਾ ਦਾ 3 ਵਾਰ ਹੋਇਆ। ਠੀਕ ਹੈ। ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਡੀ ਹੈ। ਪਵਿੱਤਰ ਨਦੀ ਪੁੱਛ ਰਿਹਾ ਨਾ, ਪਵਿੱਤਰ ਨਦੀ ਸਰਸਵਤੀ ਹੈ। ਇੱਕ ਇਹਦੇ ਵਿੱਚ ਮੈਂ ਦੱਸਣਾ ਸੀ, ਇਹਨੂੰ ਐਕਸਪਲੇਨ ਕਰਨਾ ਸੀ। ਅਗਨੀ ਜੋ ਸੀ ਮਨੁੱਖ ਤੇ ਦੇਵਤਾ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਸੀ, ਕਿਉਂਕਿ ਜੋ ਯੱਗ ਹੁੰਦੇ ਸੀ ਉਹਨਾਂ ਦੇ ਵਿੱਚ ਜੋ ਵੀ ਆਹੁਤੀ ਦਿੱਤੀ ਜਾਂਦੀ ਸੀ ਉਹ ਅਗਨੀ ਦੇਵਤਾ ਦੇ ਥਰੂ ਹੀ ਬਾਕੀ ਦੇਵਤਿਆਂ ਤੱਕ ਪਹੁੰਚਦੀ ਸੀ। ਠੀਕ ਹੈ। ਉਹ ਸੀ ਉਹ ਆਰੀਆਂ ਦਾ ਇੱਕ ਪੇय ਪਦਾਰਥ ਸੀ। ਠੀਕ ਹੈ, ਜਿਸ ਨੂੰ ਸੋਮਰਸ ਕਹਿੰਦੇ ਸੀ ਔਰ ਇਹ ਬਨਸਪਤੀ ਤੋਂ ਬਣਦਾ ਸੀ। ਠੀਕ ਹੈ। 17ਵਾਂ ਕੁਐਸਚਨ ਹੈ, ਤੂਫਾਨ ਦਾ ਦੇਵਤਾ ਕਿਹਾ ਜਾਂਦਾ ਹੈ। ਆਪਸ਼ਨ ਏ ਹੈ ਇੰਦਰ, ਆਪਸ਼ਨ ਬੀ ਹੈ ਵਰੁਣ, ਆਪਸ਼ਨ ਸੀ ਹੈ ਮਰੂਤ, ਆਪਸ਼ਨ ਡੀ ਹੈ ਅਸ਼ਵਨੀ। ਸਰ ਰਾਈਟ ਆਨਸਰ ਡੀ ਹੈ। ਹਾਂ ਪ੍ਰਭਦੀਪ, ਡੀ ਹੈ। ਸਾਕਸ਼ੀ ਸ਼ਰਮਾ ਬੀ 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 ਔਰ ਡੀ ਆ ਰਿਹਾ। 17ਵੇਂ ਦਾ ਆਨਸਰ ਜੋ ਹੈ ਸੀ ਹੈ। ਤੂਫਾਨ ਦਾ ਦੇਵਤਾ ਮਾਰੂਤ ਨੂੰ ਕਿਹਾ ਜਾਂਦਾ ਹੈ। ਠੀਕ ਹੈ। ਜੋ ਇੰਦਰ ਸੀ ਉਹ ਯੁੱਧ ਅਤੇ ਵਰਖਾ ਦਾ ਦੇਵਤਾ ਸੀ ਔਰ ਜੋ ਵਰੁਣ ਸੀ ਉਹ ਸਮੁੰਦਰ ਦਾ ਦੇਵਤਾ ਸੀ। ਔਰ ਮਾਰੂਤ ਬਾਰੇ ਦੱਸ ਚੁੱਕਿਆ ਕਿ ਮਾਰੂਤ ਜੋ ਸੀ ਤੂਫਾਨ ਦਾ ਦੇਵਤਾ ਸੀ ਔਰ ਅਸ਼ਵਨੀ ਜੋ ਸੀ ਉਹ ਵਿਪੱਤੀਆਂ ਮਤਲਬ ਮੁਸ਼ਕਿਲਾਂ ਜੋ ਸੀ ਉਹਨਾਂ ਨੂੰ ਹੱਲ ਕਰਨ ਵਾਲਾ ਦੇਵਤਾ ਸੀ ਅਸ਼ਵਨੀ। ਠੀਕ ਹੈ। 18ਵਾਂ ਕੁਐਸਚਨ ਹੈ, ਸਭ ਤੋਂ ਪ੍ਰਾਚੀਨ ਦਰਸ਼ਨ ਹੈ। ਆਪਸ਼ਨ ਏ ਹੈ ਸੰਖਿਆ, ਆਪਸ਼ਨ ਬੀ ਹੈ ਯੋਗ, ਆਪਸ਼ਨ ਸੀ ਹੈ ਵਿਸ਼ੇਸ਼ਿਕ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਹਾਂ, ਹਨੂਮਾਨ ਸਨ ਆਫ ਵਾਯੂ। ਸਭ ਤੋਂ ਪ੍ਰਾਚੀਨ ਦਰਸ਼ਨ ਕਿਹੜਾ ਹੈ ਇਹ ਤੁਸੀਂ ਦੱਸਣਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ ਸੰਖਿਆ। ਜੋ ਸੰਖਿਆ ਹੈ ਐਕਚੁਅਲੀ ਇਹਦਾ ਨੇਮ ਸੰਖਿਆ ਨਹੀਂ ਹੈ, ਸੰਖਿਆ ਹੈ ਔਰ ਇਹ ਕਪਿਲ ਦੁਆਰਾ ਰਚੀ ਸੀ। ਠੀਕ ਹੈ। ਔਰ ਇਸ ਦੇ ਵਿੱਚ ਮੂਲ ਤੱਤਾਂ ਦੇ ਬਾਰੇ ਗੱਲ ਕੀਤੀ ਗਈ ਸੀ। ਮੂਲ ਤੱਤ ਜੋ 25 ਕਹੇ ਗਏ ਔਰ ਸਭ ਤੋਂ ਪਹਿਲਾ ਤੱਤ ਪ੍ਰਕਿਰਤੀ ਨੂੰ ਦੱਸਿਆ ਗਿਆ। ਠੀਕ ਹੈ। ਪ੍ਰਾਚੀਨ ਦਰਸ਼ਨ ਪੁੱਛਿਆ ਜਾਏ ਤਾਂ ਉਹ ਸੰਖਿਆ ਹੈ ਔਰ ਅਗਰ ਤੱਤਾਂ ਦੀ ਗੱਲ ਕੀਤੀ ਜਾਏ ਕਿ ਸੰਖਿਆ ਵਿੱਚ ਕਿੰਨੇ ਤੱਤਾਂ ਦੀ ਗੱਲ ਹੁੰਦੀ ਹੈ ਤਾਂ ਉਹ 25 ਨੇ ਔਰ ਸਭ ਤੋਂ ਪ੍ਰਾਚੀਨ ਤੱਤ ਜਿਹੜਾ ਹੈ ਉਹ ਪ੍ਰਕਿਰਤੀ ਹੈ। ਯੋਗ ਬਾਰੇ ਮੈਂ ਦੱਸ ਚੁੱਕਿਆ। ਯੋਗ ਜੋ ਹੈ ਉਹ ਪਤੰਜਲੀ ਦਾ ਦਿੱਤਾ ਹੋਇਆ ਔਰ ਵਿਸ਼ੇਸ਼ਿਕ ਜੋ ਹੈ ਉਹ ਕਨਾਦ ਮੁਨੀ ਦਾ ਦਿੱਤਾ ਹੋਇਆ। ਠੀਕ ਹੈ। 19ਵਾਂ ਕੁਐਸਚਨ ਹੈ, ਸਤਿਆਮੇਵ ਜਯਤੇ ਕਿਸ ਵਿੱਚੋਂ ਲਿਆ ਗਿਆ ਹੈ। ਟਾਈਗਲਾਈਨ ਪੜ੍ਹਦੇ ਹੋ ਨਾ ਤੁਸੀਂ, ਸਤਿਆਮੇਵ ਜਯਤੇ ਲਿਖਿਆ ਹੁੰਦਾ, ਕੋਡ ਦੇ ਵਿੱਚ ਵੀ ਲਿਖਿਆ ਹੁੰਦਾ ਸਪੈਸ਼ਲੀ। ਆਪਸ਼ਨ ਏ ਹੈ ਪੁਰਾਣ, ਆਪਸ਼ਨ ਬੀ ਹੈ ਮੁੰਡਕ ਉਪਨਿਸ਼ਦ, ਆਪਸ਼ਨ ਸੀ ਹੈ ਗੀਤਾ, ਆਪਸ਼ਨ ਡੀ ਹੈ ਰਿਗਵੇਦ। ਔਰ ਇਹ ਕਿੱਥੋਂ ਲਿਆ ਗਿਆ ਇਹ ਤੁਸੀਂ ਦੱਸਣਾ। ਸਮਾਖਿਆ ਹੁੰਦਾ ਯਾਰ, ਸਮਾਖਿਆ ਨਹੀਂ ਸੰਖਿਆ। ਸੋ ਇਸ ਦਾ ਰਾਈਟ ਆਨਸਰ ਹੈ ਮੁੰਡਕ ਉਪਨਿਸ਼ਦ।
ਸਤਿਆਮੇਵ ਜਯਤੇ ਜੋ ਹੈ ਉਹ ਮੁੰਡਕ ਉਪਨਿਸ਼ਦ ਦੇ ਵਿੱਚੋਂ ਲਿਆ ਗਿਆ ਹੈ। ਪੁਰਾਣ ਜੋ ਹੈ ਉਹਨਾਂ ਦੀ ਗਿਣਤੀ 18 ਹੈ ਔਰ ਸਭ ਤੋਂ ਪੁਰਾਤਨ ਜੋ ਹੈ ਪ੍ਰਾਚੀਨ ਪੁਰਾਣ ਹੈ ਉਹ ਮਤਸਿਆ ਪੁਰਾਣ ਹੈ। ਗੀਤਾ ਦੇ ਬਾਰੇ ਦੱਸ ਚੁੱਕੇ ਹਾਂ ਕਿ ਗੀਤਾ ਜੋ ਹੈ ਮਹਾਭਾਰਤ ਯੁੱਧ ਦੇ ਸਮੇਂ ਭਗਵਾਨ ਕ੍ਰਿਸ਼ਨ ਦੁਆਰਾ ਅਰਜੁਨ ਨੂੰ ਦਿੱਤਾ ਗਿਆ ਉਪਦੇਸ਼ ਹੈ। ਧਾਰਮਿਕ ਉਪਦੇਸ਼ ਕਹਿ ਲਈਏ ਜਾਂ ਇੱਕ ਤਰ੍ਹਾਂ ਦਾ ਮੋਟੀਵੇਸ਼ਨਲ ਸਪੀਚ ਵੀ ਆਪਾਂ ਉਹਨੂੰ ਗਿਣਦੇ ਹਾਂ। ਰਿਗਵੇਦ ਜੋ ਹੈ ਸਭ ਤੋਂ ਪ੍ਰਾਚੀਨ ਵੇਦ ਹੈ ਔਰ ਇਸ ਦੇ 10 ਮੰਡਲ ਨੇ, ਠੀਕ ਹੈ, ਔਰ 1028 ਸੂਕਤ ਨੇ। 20ਵਾਂ ਕੁਐਸਚਨ ਹੈ ਅੰਗ ਮਹਾਜਨਪਦ ਦੀ ਰਾਜਧਾਨੀ ਸੀ। ਆਪਸ਼ਨ ਏ ਹੈ ਵਾਰਾਣਸੀ, ਆਪਸ਼ਨ ਬੀ ਹੈ ਚੰਪਾ, ਆਪਸ਼ਨ ਸੀ ਹੈ ਮਥੁਰਾ, ਆਪਸ਼ਨ ਡੀ ਹੈ ਇੰਦਰਪ੍ਰਸਥ। ਜੋ ਅੰਗ ਮਹਾਜਨਪਦ ਸੀ, ਬਸ ਰਮਾਇਣਾ ਸਟਾर्ट हो गई। ਜੋ ਅੰਗ ਮਹਾਜਨਪਦ ਸੀ ਉਸ ਦੀ ਰਾਜਧਾਨੀ ਕਿਹੜੀ ਸੀ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਅੰਗ ਮਹਾਜਨਪਦ ਦੀ ਰਾਜਧਾਨੀ ਚੰਪਾ ਸੀ। ਵਾਰਾਣਸੀ ਜੋ ਰਾਜਧਾਨੀ ਸੀ ਉਹ ਕਾਂਸ਼ੀ ਮਹਾਜਨਪਦ ਦੀ ਸੀ ਔਰ ਮਥੁਰਾ ਜੋ ਸੀ ਉਹ ਸ਼ੂਰਸੇਨ ਮਹਾਜਨਪਦ ਦੀ ਸੀ ਔਰ ਇੰਦਰਪ੍ਰਸਥ ਜੋ ਸੀ ਉਹ ਕੁਰੂ ਮਹਾਜਨਪਦ ਦੀ ਰਾਜਧਾਨੀ ਸੀ। ਠੀਕ ਹੈ, ਮੈਂ ਰਿਪੀਟ ਕਰ ਰਿਹਾ, ਚੰਪਾ ਜੋ ਸੀ ਉਹ ਅੰਗ ਦੀ ਹੈ, ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਵਾਰਾਣਸੀ ਜੋ ਸੀ ਉਹ ਕਾਂਸ਼ੀ ਦੀ ਸੀ। ਮਥੁਰਾ ਜੋ ਸੀ ਉਹ ਸੂਰਸੇਨ ਮਹਾਜਨਪਦ ਦੀ ਸੀ। ਇੰਦਰਪ੍ਰਸਥ ਜੋ ਸੀ ਉਹ ਕੁਰੂ ਮਹਾਜਨਪਦ ਦੀ ਸੀ ਰਾਜਧਾਨੀ। ਠੀਕ ਹੈ, 21ਵਾਂ ਕੁਐਸਚਨ ਹੈ ਮਹਾਜਨਪਦਾਂ ਦੀ ਕੁੱਲ ਗਿਣਤੀ ਸੀ। ਆਪਸ਼ਨ ਏ ਹੈ 160, ਆਪਸ਼ਨ ਬੀ ਹੈ 10, ਆਪਸ਼ਨ ਸੀ ਹੈ 16, ਆਪਸ਼ਨ ਡੀ ਹੈ 150, मतलब 150। सी आ रहा और 16। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਮਹਾਜਨਪਦਾਂ ਦੀ ਕੁੱਲ ਗਿਣਤੀ 16 ਸੀ। ਅਗਰ ਇਹ ਪੁੱਛ ਲਿਆ ਜਾਵੇ ਕਿ ਮਹਾਜਨਪਦਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਕਿੱਥੋਂ ਮਿਲਦੀ ਹੈ ਤਾਂ ਉਹ ਬੁੱਧ ਧਰਮ ਗ੍ਰੰਥਾਂ ਦੇ ਵਿੱਚੋਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਠੀਕ ਹੈ, ਬੁੱਧ ਧਰਮ ਗ੍ਰੰਥਾਂ ਦੇ ਵਿੱਚੋਂ ਆਪਾਂ ਨੂੰ ਮਹਾਜਨਪਦਾਂ ਦੀ ਜਾਣਕਾਰੀ ਮਿਲਦੀ ਹੈ। ਉਹਨਾਂ ਵਿੱਚ ਹੀ ਲਿਖਿਆ ਗਿਆ ਹੈ ਕਿ 16 ਮਹਾਜਨਪਦ ਸੀ। 22ਵਾਂ ਕੁਐਸਚਨ ਹੈ ਕੌਸ਼ਲ ਮਹਾਜਨਪਦ ਦੀ ਰਾਜਧਾਨੀ ਸੀ। ਕੌਸ਼ਲ ਜੋ ਮਹਾਜਨਪਦ ਸੀ ਉਸ ਦੀ ਕੈਪੀਟਲ ਕੀ ਸੀ? ਆਪਸ਼ਨ ਏ ਹੈ ਵਿਰਾਟ ਨਗਰ, ਆਪਸ਼ਨ ਬੀ ਹੈ ਤਕਸ਼ਿਲਾ, ਆਪਸ਼ਨ ਸੀ ਹੈ ਉਜੈਨ, ਆਪਸ਼ਨ ਡੀ ਹੈ ਸ਼ਾਸ਼ਵਤੀ। ਸੀ ਆ ਰਿਹਾ ਮੋਸਟਲੀ ਆਨਸਰ। ਪ੍ਰਭਦੀਪ ਕੌਰ 4 ਵਾਰੀ ਸੀ ਲਿਖਤਾ ਤੁਸੀਂ। सो इज द राइट आंसर जो है ऑप्शन डी है, सी नहीं है। कौशल महाजनपद की राजधानी शाश्वती सी। विराटनगर जो सी उसकी राजधानी मत्स्य सी। विराटनगर मत्स्य जो महाजनपद सी उसकी राजधानी सी। ठीक है, उज्जैन जो सी वो अवंती दी सी और तक्षशिला जो सी वो गंधार दी सी। ठीक है, कौशल की राजधानी जो सी वो शाश्वती सी। मैं रिपीट कर रहा, कौशल महाजनपद की जो कैपिटल सी वो शाश्वती सी। विराटनगर जो सी वो मत्स्य जो महाजनपद सी उसकी कैपिटल सी। तक्षशिला जो सी वो गंधार महाजनपद की कैपिटल सी। उज्जैन जो सी वो अवंती की कैपिटल सी। 23वां क्वेश्चन है जैन धर्म के संस्थापक सी। ऑप्शन ए है महावीर, ऑप्शन बी है बुद्ध, ऑप्शन सी है ऋषभदेव, ऑप्शन डी है पार्श्वनाथ। सर डाउट सी ਤਾਂ ਕਰਕੇ ਓਕੇ। ਕੋਈ ਵੀ ਮੈਚ ਨਹੀਂ ਕਰ ਰਿਹਾ, ਮੋਸਟਲੀ ਸਭ ਦੇ ਅਲੱਗ-ਅਲੱਗ ਹੀ ਆਨਸਰ ਆ ਰਿਹਾ ਇਸ ਦੇ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਜੈਨ ਧਰਮ ਦੇ ਸੰਸਥਾਪਕ ऋषभदेव ਸੀ ਔਰ ਇਹ ਪਹਿਲੇ ਤੀਰਥੰਕਰ ਸੀ। ਠੀਕ ਹੈ, ਜੈਨ ਧਰਮ ਦੇ ਵਿੱਚ ਆਪਾਂ ਜਾਣਦੇ ਆ ਕਿ 24 ਤੀਰਥੰਕਰ ਹੋਏ ਆ। ਪਹਿਲੇ ਜੋ ਸੀ ऋषभदेव ਸੀ ਜੈਨ ਧਰਮ ਦੇ ਸੰਸਥਾਪਕ ਔਰ 23ਵੇਂ ਜੋ ਸੀ ਉਹ ਪਾਰਸ਼ਵਨਾਥ ਸੀ। ਠੀਕ ਹੈ, ਜੋ ਕਾਂਸ਼ੀ ਦੇ ਇਸ਼ਵਾਕੂ ਵੰਸ਼ ਦੇ ਰਾਜਾ ਅਸ਼ਵਸੇਨ ਦੇ ਪੁੱਤਰ ਸੀ ਪਾਰਸ਼ਵਨਾਥ।
ठीक है। और महावीर जो सी वो 24वें तीर्थंकर सी बहुत जैन धर्म ਦੇ। ਸੋ ਜੈਨ ਧਰਮ ਦੇ ਸੰਸਥਾਪਕ ਰਿਸ਼ਵਦੇਵ ਸੀ ਜੋ ਪਹਿਲੇ ਤੀਰਥੰਕਰ ਸੀ, ਠੀਕ ਹੈ, ਨਾ ਕਿ ਮਹਾਵੀਰ। 24ਵਾਂ ਕੁਐਸਚਨ ਹੈ ਮਹਾਵੀਰ ਦੇ ਬਚਪਨ ਦਾ ਨਾਂ ਸੀ। ਆਪਸ਼ਨ ਏ ਹੈ ਸਿਧਾਰਥ, ਆਪਸ਼ਨ ਬੀ ਹੈ ਬੁੱਧ, ਆਪਸ਼ਨ ਸੀ ਹੈ ਗੌਤਮ, ਆਪਸ਼ਨ ਡੀ ਹੈ ਵਰਧਮਾਨ। ਮਹਾਵੀਰ ਦੇ ਬਚਪਨ ਦਾ ਨਾਮ ਡੀ ਆ ਰਿਹਾ ਔਰ ਏ ਆ ਰਿਹਾ। ਸੋ ਇਸ ਦਾ ਰਾਈਟ ਆਂਸਰ ਹੈ ਡੀ, ਮਹਾਵੀਰ ਦਾ ਬਚਪਨ ਦਾ ਨਾਮ ਵਰਧਮਾਨ ਸੀ। ਅਗਰ ਮਹਾਵੀਰ ਦੀ ਪਤਨੀ ਦਾ ਨਾਮ ਪੁੱਛ ਲਿਆ ਜਾਏ ਤਾਂ ਉਹ ਯਸ਼ੋਦਾ ਸੀ, ਔਰ ਅਗਰ ਪੁੱਤਰੀ ਦਾ ਨਾਮ ਪੁੱਛ ਲਿਆ ਜਾਏ ਤਾਂ ਉਹ ਅਨੋਜਾ ਪ੍ਰਿਯਦਰਸ਼ਨੀ ਸੀ, ਠੀਕ ਹੈ, ਅਨੋਜਾ ਪ੍ਰਿਯਦਰਸ਼ਨੀ, ਇਹ ਇਹਨਾਂ ਦੀ ਪੁੱਤਰੀ ਸੀ। ਔਰ ਇਹ 30 ਸਾਲ ਦੀ ਉਮਰ ਦੇ ਵਿੱਚ ਘਰ-ਬਾਰ ਛੱਡ ਕੇ ਤਪੱਸਿਆ ਕਰਨ ਨਿਕਲ ਗਏ ਸੀ ਮਹਾਵੀਰ। 25ਵਾਂ ਕੁਐਸਚਨ ਹੈ ਮਹਾਵੀਰ ਨੇ ਆਪਣਾ ਉਪਦੇਸ਼ ਕਿਸ ਭਾਸ਼ਾ ਵਿੱਚ ਦਿੱਤਾ। ਆਪਸ਼ਨ ਏ ਹੈ ਸੰਸਕ੍ਰਿਤ, ਆਪਸ਼ਨ ਬੀ ਹੈ ਹਿੰਦੀ, ਆਪਸ਼ਨ ਸੀ ਹੈ ਪ੍ਰਾਕ੍ਰਿਤ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਸੀ, ਮਹਾਵੀਰ ਨੇ ਆਪਣਾ ਉਪਦੇਸ਼ ਪ੍ਰਾਕ੍ਰਿਤ ਵਿੱਚ ਦਿੱਤਾ ਹੈ, ਜਿਸ ਨੂੰ ਅਰਧਮਾਗ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ। 26ਵਾਂ ਕੁਐਸਚਨ ਹੈ ਸਤੁਲਭਦਰ ਦੇ ਸ਼ਿਸ਼ ਕਹਿਲਾਏ। ਆਪਸ਼ਨ ਏ ਹੈ ਸ਼ਵੇਤਾਂਬਰ, ਆਪਸ਼ਨ ਬੀ ਹੈ ਦਿਗੰਬਰ, ਆਪਸ਼ਨ ਸੀ ਹੈ ਹੀਨਯਾਨ, ਆਪਸ਼ਨ ਡੀ ਹੈ ਮਹਾਯਾਨ। ਇਹ ਆ ਰਿਹਾ ਮੋਸਟਲੀ ਆਂਸਰ। ਇੱਕ ਵਾਰੀ ਕੁਐਸਚਨ ਤੋਂ ਪਹਿਲਾਂ ਮੈਂ ਕਲੀਅਰ ਕਰ ਦੇਣਾ ਕਿ ਇਹ ਸ਼ਵੇਤਾਂਬਰ ਔਰ ਦਿਗੰਬਰ ਹੈ ਕੀ ਹੋਇਆ ਕਿ 300 ਈਸਵੀ ਪੂਰਵ ਦੇ ਵਿੱਚ ਮਗਧ ਦੇ ਵਿੱਚ 12 ਸਾਲ ਦਾ ਅਕਾਲ ਪੈ ਗਿਆ, ਠੀਕ ਹੈ। ਅਕਾਲ ਮਤਲਬ ਉੱਥੇ ਕੋਈ ਫਸਲ ਵਗੈਰਾ ਨਹੀਂ ਹੋਈ ਔਰ ਲੋਕ ਜੋ ਹੈ ਭੁੱਖੇ ਮਰਨ ਲੱਗ ਪਏ, ਜਿਸ ਕਰਕੇ ਕੀ ਹੋਇਆ ਕਿ ਭੱਦਰ ਬਾਊ ਜੋ ਸੀ ਉਹ ਆਪਣੇ ਚੇਲਿਆਂ ਨੂੰ ਲੈ ਕੇ ਕਰਨਾਟਕ ਵਿੱਚ ਚਲਾ ਗਿਆ, ਠੀਕ ਹੈ। ਲੇਕਿਨ ਜੋ ਸਥੂਲ ਭੱਦਰ ਸੀ ਜਿਸ ਦਾ ਨਾਮ ਲਿਖਿਆ ਹੋਇਆ ਇਹ ਮਗਧ ਦੇ ਵਿੱਚ ਹੀ ਰਿਹਾ, ਇਹਨੇ ਅਕਾਲ ਦੇ ਵਿੱਚ ਹੀ ਉੱਥੇ ਜੀਵਨ ਨੂੰ ਕੱਟਿਆ। ਜਦੋਂ ਅਕਾਲ ਖਤਮ ਹੋਇਆ ਭੱਦਰ ਬਾਊ ਜੋ ਕਰਨਾਟਕ ਦੇ ਵਿੱਚ ਚਲਾ ਗਿਆ ਸੀ ਉਹਨੇ ਕੀ ਕੀਤਾ ਕਿ ਵਾਪਸ ਆ ਗਿਆ। ਲੇਕਿਨ ਭੱਦਰ ਬਾਊ ਔਰ ਸਥੂਲ ਭੱਦਰ ਦੇ ਵਿੱਚ ਕੀ ਹੋਇਆ ਕਿ ਮਤਭੇਦ ਪੈਦਾ ਹੋ ਗਏ, ਇਸੇ ਕਰਕੇ ਕੀ ਹੋਇਆ ਜੈਨ ਧਰਮ ਦੋ ਸੰਪਰਦਾਇਆਂ ਵਿੱਚ ਵੰਡਿਆ ਗਿਆ, ਪਹਿਲਾ ਸ਼ਵੇਤਾਂਬਰ ਔਰ ਦੂਸਰਾ ਦਿਗੰਬਰ, ਠੀਕ ਹੈ। ਔਰ ਸਤੁਲ ਭੱਦਰ ਦੇ ਜੋ ਸ਼ਿਸ਼ ਸੀ ਉਹ ਸ਼ਵੇਤਾਂਬਰ ਕਹਿਲਾਏ। ਸ਼ਵੇਤਾਂਬਰ ਦਾ ਮਤਲਬ ਸਫੇਦ ਕੱਪੜੇ ਪਹਿਨਣ ਵਾਲੇ, ਔਰ ਦਿਗੰਬਰ ਜੋ ਸੀ ਉਹ ਭੱਦਰ ਬਾਊ ਦੇ ਸ਼ਿਸ਼ ਸੀ, ਮਤਲਬ ਉਹਦੇ ਚੇਲੇ ਸੀ। ਇਹਨਾਂ ਦਾ ਮਤਲਬ ਇਹ ਸੀ ਕਿ ਇਹ ਨੰਗੇ ਰਹਿਣ ਵਾਲੇ ਸੀ, ਕੋਈ ਵੀ ਕੱਪੜਾ ਨਹੀਂ ਪਹਿਨਦੇ ਸੀ। ਔਰ ਹੀਨਯਾਨ ਔਰ ਮਹਾਯਾਨ ਜੋ ਸੀ ਉਹ ਬੁੱਧ ਧਰਮ ਨਾਲ ਸੰਬੰਧਿਤ ਹੈ। ਸੋ ਆਪਾਂ ਜਦੋਂ ਕੱਲ ਬੁੱਧ ਧਰਮ ਬਾਰੇ ਪੜਾਂਗੇ ਤਾਂ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। 27ਵਾਂ ਕੁਐਸਚਨ ਹੈ ਜੈਨ ਧਰਮ ਦੀ ਪਹਿਲੀ ਸੰਗੀਤੀ ਦਾ ਪ੍ਰਧਾਨ ਕੌਣ ਸੀ। ਆਪਸ਼ਨ ਏ ਹੈ ਰਿਸ਼ਭਦੇਵ, ਆਪਸ਼ਨ ਬੀ ਹੈ ਮਹਾਵੀਰ, ਆਪਸ਼ਨ ਸੀ ਹੈ ਸਥੂਲ ਭੱਦਰ, ਆਪਸ਼ਨ ਡੀ ਹੈ ਭੱਦਰ ਬਾਹੂ। ਸਾਇਲੈਂਟ ਪਰਸਨ ਸ਼ਵੇਤਾਂਬਰ। ਚੁੱਪ ਰਹਿੰਦੇ ਆ ਮੂੰਹ ਤੇ ਪੱਟੀ ਬੰਨ ਕੇ। ਸੋ ਇਸ ਦਾ ਰਾਈਟ ਆਂਸਰ ਹੈ ਸਥੂਲ ਭੱਦਰ, ਆਪਸ਼ਨ ਸੀ। ਜੈਨ ਧਰਮ ਦੀ ਪਹਿਲੀ ਸੰਗੀਤੀ ਦਾ ਪ੍ਰਧਾਨ ਜੋ ਸੀ ਉਹ ਸਥੂਲ ਭੱਦਰ ਸੀ। ਔਰ ਇਹ ਕਿੱਥੇ ਹੋਈ ਸੀ ਅਗਰ ਇਹ ਪੁੱਛ ਲਿਆ ਜਾਏ ਤਾਂ ਉਹ ਪਾਟਲੀਪੁੱਤਰ ਜਿਸ ਨੂੰ ਆਧੁਨਿਕ ਪਟਨਾ ਕਿਹਾ ਜਾਂਦਾ ਹੈ, ਪਟਨਾ ਦੇ ਵਿੱਚ ਹੋਈ ਸੀ। ਔਰ ਅਗਰ ਦੂਜੀ ਸੰਗੀਤੀ ਦੇ ਉੱਪਰ ਕੁਐਸਚਨ ਆ ਜਾਏ ਤਾਂ ਉਹ 6ਵੀਂ ਸਦੀ ਈਸਵੀ ਪੂਰਵ ਦੇ ਵਿੱਚ ਹੋਈ ਸੀ, ਠੀਕ ਹੈ। ਔਰ ਉਹ ਗੁਜਰਾਤ ਦੇ ਵਿੱਚ ਹੋਈ ਸੀ, ਠੀਕ ਹੈ, ਜਿਸ ਦਾ ਪ੍ਰਧਾਨ ਜੋ ਸੀ ਸ਼ਮਾ ਸ਼ਵਨ ਸੀ, ਠੀਕ ਹੈ। 28ਵਾਂ ਕੁਐਸਚਨ ਹੈ ਜੈਨ ਧਰਮ ਬਾਰੇ ਸਹੀ ਨਹੀਂ ਹੈ। ਸਹੀ ਨਹੀਂ ਹੈ ਕੁਐਸਚਨ ਇੱਕ ਵਾਰੀ ਦੋ ਵਾਰੀ ਜ਼ਰੂਰ ਪੜਿਆ ਕਰੋ, ਇੱਕ ਵਾਰੀ ਪੜਨ ਨਾਲ ਸਮਝ ਨਹੀਂ ਆਏਗਾ, ਪੇਪਰ ਦੇ ਵਿੱਚ ਵੀ ਐਵੇਂ ਹੀ ਕਰਿਓ। ਆਪਸ਼ਨ ਏ ਹੈ ਆਤਮਾ ਨੂੰ ਮਾਨਤਾ, ਆਪਸ਼ਨ ਬੀ ਹੈ ਪੁਨਰ ਜਨਮ ਵਿੱਚ ਵਿਸ਼ਵਾਸ, ਆਪਸ਼ਨ ਸੀ ਹੈ 5 ਵਰਤ ਅਤੇ 3 ਰਤਨ ਜਿਹਨੂੰ ਤ੍ਰਿਰਤਨ ਕਿਹਾ ਗਿਆ, ਆਪਸ਼ਨ ਡੀ ਹੈ ਈਸ਼ਵਰ ਨੂੰ ਮਾਨਤਾ। ਜੈਨ ਧਰਮ ਬਾਰੇ ਸਹੀ ਨਹੀਂ ਹੈ ਇਹ ਦੱਸਣਾ ਤੁਸੀਂ ਕਿਹੜਾ ਕਥਨ ਸਹੀ ਨਹੀਂ ਹੈ। ਏ ਆ ਰਿਹਾ ਔਰ ਬੀ ਆ ਰਿਹਾ,
ਮੋਸਟਲੀ ਆਨਸਰ ਰਾਈਟ ਕਿਸੇ ਦਾ ਵੀ ਨਹੀਂ ਆਇਆ। ਐਨ ਤਾਂ ਲਿਖਿਆ ਨਹੀਂ, ਜਪਿੰਦਰ ਸਿੰਘ ਵੀ ਸੀ ਵੀ ਆਉਣ ਲੱਗ ਪਿਆ ਜਦੋਂ ਮੈਂ ਕਿਹਾ ਕਿ ਕੋਈ ਵੀ ਆਨਸਰ ਸਹੀ ਨਹੀਂ ਆਇਆ। ਸੋ ਆਨਸਰ ਹਜੇ ਵੀ ਸਹੀ ਨਹੀਂ ਆਇਆ, ਡੀ। ਈਸ਼ਵਰ ਨੂੰ ਮਾਨਤਾ ਇੱਥੇ ਲਿਖਿਆ ਹੋਇਆ, ਲੇਕਿਨ ਆਪਾਂ ਦੱਸਣਾ ਹੈ ਕਿਹੜਾ ਸਹੀ ਨਹੀਂ ਹੈ। ਜੈਨ ਧਰਮ ਨੇ ਈਸ਼ਵਰ ਨੂੰ ਮਾਨਤਾ ਨਹੀਂ ਦਿੱਤੀ। ਜੈਨ ਧਰਮ ਮੰਨਦਾ ਸੀ ਕਿ ਈਸ਼ਵਰ ਹੈ ਹੀ ਨਹੀਂ, ਠੀਕ ਹੈ। ਆਤਮਾ ਨੂੰ ਮਾਨਤਾ ਦਿੱਤੀ, ਉਹ ਕਹਿੰਦੇ ਸੀ ਕਿ ਆਤਮਾ ਹੈ। ਪੁਨਰ ਜਨਮ ਵਿੱਚ ਵੀ ਵਿਸ਼ਵਾਸ ਸੀ, ਠੀਕ ਹੈ। 5 ਵਰਤ ਅਤੇ 3 ਰਤਨ ਬਾਰੇ ਚਰਚਾ ਕਰ ਲਈਏ ਕਿ 5 ਵਰਤ ਕਿਹੜੇ ਕਿਹੜੇ ਸੀ ਔਰ 3 ਰਤਨ ਕਿਹੜੇ ਕਿਹੜੇ ਸੀ। ਸਭ ਤੋਂ ਪਹਿਲਾਂ 3 ਰਤਨ ਦੱਸ ਦਿੰਨਾ। 3 ਰਤਨ ਜਿਹੜੇ ਸੀ, ਪਹਿਲਾ ਸੀ ਸੱਚਾ ਦਰਸ਼ਨ, ਦੂਸਰਾ ਸੀ ਸੱਚਾ ਗਿਆਨ, ਤੀਸਰਾ ਸੀ ਸੱਚਾ ਆਚਰਣ, ਔਰ 5 ਵਰਤ ਕਿਹੜੇ ਕਿਹੜੇ ਸੀ? ਅਹਿੰਸਾ, ਜਿਹਨੂੰ ਗਾਂਧੀ ਵੀ ਪਾਲਣਾ ਕਰਦੇ ਸੀ। ਦੂਸਰਾ ਹੈ ਸੱਚਾ ਵਚਨ, ਤੀਸਰਾ ਹੈ ਅਸत्य, ਅਸत्य ਮਤਲਬ ਚੋਰੀ ਨਾ ਕਰਨਾ। ਚੌਥਾ ਹੈ ਅਪਰਿਗ੍ਰਹਿ, ਮਤਲਬ ਲੋੜ ਤੋਂ ਵੱਧ ਇਕੱਠਾ ਨਾ ਕਰਨਾ। ਪੰਜਵਾਂ ਹੈ ਬ੍ਰਹਮਚਰਿਆ, ਠੀਕ ਹੈ। ਇਹ 5 ਵਰਤ ਸੀ ਔਰ 3 ਰਤਨ ਸੀ। ਸੋ ਇਸ ਦਾ ਰਾਈਟ ਜੋ ਆਨਸਰ ਹੈ ਆਪਸ਼ਨ ਡੀ ਹੈ। ਜੈਨ ਧਰਮ ਬਾਰੇ ਇਹ ਸਹੀ ਨਹੀਂ ਹੈ, ਉਹਨਾਂ ਨੇ ਈਸ਼ਵਰ ਨੂੰ ਮਾਨਤਾ ਨਹੀਂ ਦਿੱਤੀ। ਹਾਂਜੀ, ਹੁਣ ਕਿਸੇ ਦਾ ਕੋਈ ਡਾਊਟ ਹੈ ਤਾਂ ਪੁੱਛ ਸਕਦਾ, ਕਿਉਂਕਿ 3 ਮਿੰਟ ਆ ਸਿਰਫ ਤੁਹਾਡੇ ਕੋਲ। ਕੁਐਸਚਨ ਅੱਜ ਜ਼ਿਆਦਾ ਸੀ, ਇਸ ਤੋਂ ਬਾਅਦ ਮੀਟਿੰਗ ਕਲੋਜ਼ ਹੋ ਜਾਏਗੀ। ਅਗਰ ਫਿਰ ਵੀ ਕਿਸੇ ਨੂੰ ਕੋਈ ਡਾਊਟ ਹੋਏ ਤਾਂ ਮੈਨੂੰ ਟੈਲੀ ਤੇ ਮੈਸੇਜ ਕਰ ਦਿਓ ਜਾਂ ਗਰੁੱਪ ਵਿੱਚ ਮੈਸੇਜ ਕਰ ਦਿਓ, ਟੈਲੀਗ੍ਰਾਮ ਤੇ ਜਾਂ ਵਟਸਐਪ ਤੇ, ਜਿੱਥੋਂ ਵੀ ਤੁਸੀਂ ਜੁਆਇਨ ਕੀਤਾ। ਹਾਂਜੀ, ਅਨਮਿਊਟ ਨੇ, ਪੁੱਛ ਲਓ ਕਿਹੜੇ ਕਿਹੜੇ ਕੁਐਸਚਨ ਵਿੱਚ ਡਾਊਟ ਹੈ, ਜਲਦੀ ਥੋੜਾ ਜਿਹਾ, ਕਿਉਂਕਿ 3 ਮਿੰਟ ਆ ਸਿਰਫ ਤੁਹਾਡੇ ਕੋਲ। ਹਾਂਜੀ, ਖੁਸ਼ਦੀਪ ਕੌਰ, ਤੁਹਾਡਾ ਮਾਈਕ ਨਹੀਂ ਸ਼ੋ ਹੋ ਰਿਹਾ। ਮੀਨਾ, ਹਾਂਜੀ ਹੈਂਡ ਰੇਜ਼ ਕੀਤਾ ਹੈ, ਬੋਲੋ। ਅਮਨ ਸੇਤੀਆ, ਬੋਲੋ। ਮੈਸੇਜ ਮੈਂ ਕਿਸੇ ਦੇ ਨਹੀਂ ਪੜ ਰਿਹਾ, ਜਿੰਦਾ ਕੋਈ ਹੈ ਉਹ ਬੋਲੋ। ਹਾਂਜੀ ਗਰਲ, ਸਥੂਲ ਪੱਧਰ, ਜੋ ਸ਼ਵੇਤ ਅੰਬਰ ਦਾ ਵੀ ਪ੍ਰਧਾਨ ਸੀ, ਸਥੂਲ ਪੱਧਰ, ਠੀਕ ਹੈ। ਔਰ ਇਹ ਪਾਟਲੀ ਪੁੱਤਰ ਵਿੱਚ ਹੋਈ ਸੀ। ਦੂਜੀ ਸੰਗੀਤੀ ਜੋ ਸੀ ਗੁਜਰਾਤ ਵੱਲਭੀ ਦੇ ਵਿੱਚ ਹੋਈ ਸੀ, ਔਰ ਉਸ ਦਾ ਪ੍ਰਧਾਨ ਜੋ ਸੀ ਸ਼ਮਾ ਸ਼ਵਨ ਸੀ। ਹਾਂਜੀ ਮੀਨਾ, ਗਰਲ ਨੇ ਕਾਫੀ ਟਾਈਮ ਤੋਂ ਹੈਂਡ ਰੇਜ਼ ਕੀਤਾ ਹੈ। ਹਾਂਜੀ ਗਰਲ, ਹਾਂਜੀ ਗੁੱਡ ਈਵਨਿੰਗ। ਕਿਹੜਾ? ਉਹ ਮਾਰੂਤ ਹੈ, ਤੂਫਾਨ ਦੇ ਦੇਵਤਾ ਮਾਰੂਤ। ਹਾਂਜੀ, ਕਿਸੇ ਹੋਰ ਦਾ? ਜੈਨ ਧਰਮ ਦੇ ਵਿੱਚ 3 ਰਤਨ ਸੀ, ਸੱਚਾ ਦਰਸ਼ਨ, ਸੱਚਾ ਗਿਆਨ, ਸੱਚਾ ਆਚਰਣ। 5 ਵਰਤ ਜਿਹੜੇ ਸੀ ਉਹ ਕਿਹੜੇ ਕਿਹੜੇ ਸੀ? ਅਹਿੰਸਾ, ਸੱਚਾ ਵਚਨ, ਅਸत्य, ਅਸत्य ਮਤਲਬ ਚੋਰੀ ਨਾ ਕਰਨਾ, ਅਪਰਿਗ੍ਰਹਿ, ਅਪਰਿਗ੍ਰਹਿ ਮਤਲਬ ਲੋੜ ਤੋਂ ਵੱਧ ਇਕੱਠਾ ਨਾ ਕਰਨਾ, ਔਰ ਬ੍ਰਹਮਚਰਿਆ। ਇਹ 5 ਸੀ, ਠੀਕ ਹੈ।